ਸੱਜਣੋ ਤੇ ਬੇਲੀਓ, ਅੱਜ ਅਸੀਂ ਥੜਾ ਸਿਆਸਤ ਦੇ ਨਾਲ ਇੱਕ ਆਪਣੇ ਪੁਰਾਣੇ ਸੰਗੀ ਨੂੰ ਲੈ ਕੇ ਹਾਜ਼ਰ ਹੋਏ ਹਾਂ। ਸਜਾਦ ਅਜ਼ਹਰ, BBC, ਇੰਡੀਪੈਂਡੈਂਟ ਉਰਦੂ, ਮੁਹੱਕਿਕ ਤੇ ਸਾਡੇ ਪੁਰਾਣੇ ਯਾਰ ਅਦੀਬ, ਸ਼ਾਇਰ, ਸਹਾਫੀ। ਇਹ ਉਸ ਵੇਲੇ ਦੇ ਯਾਰ ਨੇ ਜਦੋਂ ਮੈਂ ਨਵੀਂ ਗੱਲ ਕੀਤੀ ਸੀ, ਕਾਗਜ਼ ਪਾ ਬੋਝੇ ਫਟ ਗਏ, ਭੁੱਖਿਆਂ ਰਹਿ ਬਸ ਅੱਗੋਂ ਗੱਲ ਨਹੀਂ ਕਰਦੇ, ਅਸੀਂ ਰਹਿਣ ਦਿੰਦੇ ਹਾਂ। ਇਹ ਉਸ ਵੇਲੇ ਦਾ ਯਾਰ ਹੈ ਮੇਰਾ, ਤੇ ਪਿਆਰ ਨਾਲ ਹੋਰ ਵੀ ਬੜੀਆਂ ਗੱਲਾਂ ਕਰਦਾ, ਪਰ ਉਹ ਮੈਂ ਗੱਲਾਂ ਨਹੀਂ ਕਰਦਾ। ਮੇਰੇ ਨਜ਼ਦੀਕ ਅਸੀਂ ਮੁਹੱਬਤ ਕਰਨ ਵਾਲੇ ਲੋਕ ਹਾਂ, ਮਾਂ ਬੋਲੀਆਂ ਦੀ ਗੱਲ ਕਰਨੇ ਹਾਂ। ਤੇ ਇਹ ਕਿਹੜੇ ਇਲਾਕੇ ਦਾ, ਤੁਹਾਨੂੰ ਪਤਾ ਕਿਹੜੇ ਇਲਾਕੇ ਦਾ ਜੀ? ਇਹ ਅਟਕ ਤੇ ਦਰਿਆਏ ਸਿੰਧ, ਦਰਿਆਏ ਜੇਹਲਮ ਦੇ ਦਰਮਿਆਨ ਇੱਕ ਇਲਾਕਾ ਹੈ, ਉਹਨੂੰ ਨੀਲਾਬ ਕਹਿੰਦੇ। ਇਹ ਪੁਰਾਣੀ ਸਿਵਲਾਈਜੇਸ਼ਨ ਹੈ। ਔਰ ਅਸੀਂ ਜਿਹੜਾ ਵਟੇ ਦਾ ਲਿੰਕ ਹੈਗਾ, ਸਮਾਂ ਦੀ ਕਦੀ ਦੀ ਗੱਲ ਕਰਨੇ ਆ ਅਸੀਂ, ਦਰਿਆਏ ਸਮਾਂ ਕੋਲ ਵਟੇ ਲੱਭੇ ਨੇ। ਫਿਰ ਇੱਕ ਹੋਰ ਕੰਮ ਹੈ ਇਹਦਾ, ਇਹ ਵਟਿਆਂ ਪਿੱਛੇ ਵੀ ਜਾਂਦਾ ਹੈ, ਟਿਲਿਆਂ ਦੇ ਵੀ ਟੁਰ ਜਾਂਦਾ ਹੈ, ਬੁੱਧੇ ਮਗਰ ਵੀ ਲੱਗਿਆ ਰਹਿੰਦਾ ਹੈ। ਔਰ ਇਹਦੇ ਕੰਮ ਇਤਨੇ ਜ਼ਿਆਦਾ ਨੇ ਕਿਉਂਕਿ ਤੁਹਾਨੂੰ ਪਤਾ ਹੈ ਇਹ ਡਿਜੀਟਲ ਏਰਾ ਹੈਗਾ, ਸੈਲੂਲਰ ਦੀ ਦੁਨੀਆ ਹੈ। ਇਹ ਦੁਨੀਆ ਐਸੀ ਹੈ ਜਿਹੜੀ ਅੱਗੇ ਕਿਸੇ ਕੱਢੀ ਨਹੀਂ ਸੀ, ਬਾਹਰ ਹੀ ਨਹੀਂ ਸੀ ਲਿਆਂਦੀ ਕਿਸੇ। ਅਸੀਂ ਸਮੁੰਦਰ ਜਾਣਦੇ ਸਾਂ, ਅਸੀਂ ਅਸਮਾਨ ਜਾਣਦੇ ਸਾਂ, ਅਸੀਂ ਜ਼ਮੀਨ ਜਾਣਦੇ ਸਾਂ। ਅਸਮਾਨ ਤੇ ਜ਼ਮੀਨ ਦੇ ਦਰਮਿਆਨ ਇੱਕ ਦੁਨੀਆ ਹੈ ਜਿਹਦੇ ਬੀਮ ਵਿਕਦੇ ਨੇ, ਔਰ ਜਿਹੜੀ ਲਾਮਹਿਦੂਦ ਦੁਨੀਆ ਹੈ, ਉਹਦੀ ਕੋਈ ਹੱਦ ਨਹੀਂ, ਸਰਹੱਦ ਨਹੀਂ। ਉਹ ਕਿੱਥੇ ਦੀ ਕਿੱਥੇ ਟੁਰ ਗਈ ਹੈ। ਹੁਣ ਤਾਦਾਦ ਦੀ ਨਹੀਂ, ਇਸਤਦਾਦ ਦੀ ਗੱਲ ਹੁੰਦੀ ਹੈ ਪਈ, ਔਰ ਉਸ ਜ਼ਮਾਨੇ 'ਚ ਅਸੀਂ ਜਾਣੇ ਹਾਂ ਪਏ। ਸਜਾਦ ਅਜ਼ਹਰ ਸਾਹਿਬ, ਤੁਹਾਨੂੰ ਜੀ ਆਇਆਂ ਨੂੰ, अस्सलाम वालेकुम। वालेकुम सलाम अहमद लतीफ़ साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਨਾਜ਼ਰੀਨ ਦਾ ਵੀ। ਅਸੀਂ ਹੁਣ ਜਿਹੜੀ ਗੱਲ ਕਰਨਾ ਚਾਹ ਰਹੇ ਹਾਂ ਨਾ, ਮੈਂ ਕਿਉਂਕਿ ਤੁਸੀਂ ਮੁਹੱਕਕ ਹੈਗੇ ਹੋ ਤੇ ਸਾਡੇ ਗਵਾਂਢ ਕੁਝ ਗੱਲਾਂ ਹੋਈਆਂ, ਲੇਕਿਨ ਉਸ ਤੋਂ ਪਹਿਲਾਂ ਅਸੀਂ ਇੱਕ ਹੋਰ ਗੱਲ ਕਰਨੇ ਆ। ਸਾਡੇ ਵਜ਼ੀਰ ਆਜ਼ਮ ਸਾਹਿਬ ਨੇ ਜਨਰਲ ਅਸੈਂਬਲੀ ਨਾਲ ਗੱਲ ਕੀਤੀ ਹੈ, ਉਹਦੀ ਗੂੰਜ ਇਸ ਵੇਲੇ ਸੁਣਾਈ ਦੇ ਰਹੀ ਹੈ ਸਾਰੇ ਪਾਸੇ। ਔਰ ਸਾਰੀ ਗੂੰਜ ਜਿਹੜੀ ਹੈ ਉਹ ਕਸ਼ਮੀਰ ਹੈ, ਅਫਗਾਨਿਸਤਾਨ ਹੈ, ਮੁਸਲਮਾਨ ਹਨ, ਇਹ ਗੱਲਾਂ ਚੱਲਦੀਆਂ ਪਈਆਂ। ਤੇ ਦੁਨੀਆ ਇਸ ਵੇਲੇ ਇਨਸਾਨ ਦੇ ਪਿੱਛੇ ਜਾਂਦੀ ਹੈ। ਅਸੀਂ ਇਹਨਾਂ ਨੂੰ ਜਿਹੜੀਆਂ ਮਜ਼ਹਬ ਦੇ ਮਾਮਲਾਤ ਹਨ ਉਹਦੇ ਪਿੱਛੇ, ਫਿਰ ਉਸ ਤੋਂ ਬਾਅਦ ਮਸਲਕਾਂ ਦੇ ਮਾਮਲਾਤ। 2023 'ਚ ਜਿਹੜਾ ਉਹ ਖਿਲਾਫਤ ਉਸਮਾਨੀਆ ਸੀ ਉਹ ਵੀ ਮੁੱਕ ਜਾਣਾ ਉਹਦੇ 100 ਸਾਲ। ਉਸ ਤੋਂ ਬਾਅਦ ਕੀ ਹੋਣਾ, ਇਸ ਵੇਲੇ ਬੜੀ ਤੇਜ਼ੀ ਨਾਲ ਸਫਬੰਦੀਆਂ ਹੁੰਦੀਆਂ ਪਈਆਂ। ਅਸੀਂ ਉਹਦੇ 'ਤੇ ਗੱਲ ਕਰਨੀ ਹੈ ਕਿ ਲੋਕਾਂ ਨੂੰ ਪਤਾ ਲੱਗਾ ਕਿ ਜਿਹੜੀ ਲੋਕ ਦਾਨਿਸ਼ ਹੈ ਉਹ ਕੀ ਕਹਿੰਦੀ ਹੈ। ਕਿਆ ਲੋਕ ਵੀ ਉਸ ਗੱਲ ਤੱਕ ਪੁੱਜੇ ਨੇ ਜਿੱਥੇ ਦਾਨਿਸ਼ਵਰ ਪੁੱਜੇ? ਕੀ ਹੋ ਰਿਹਾ ਜੀ ਅਹਿਮਦ ਲਤੀਫ ਸਾਹਿਬ, ਤੁਹਾਡਾ ਜਿਹੜਾ ਸਵਾਲ ਹੈ ਇਸ ਦੀਆਂ ਕਈ ਪਰਤਾਂ ਨੇ, ਕਈ ਇਸ ਦੀਆਂ ਤਹਿਵਾਂ ਨੇ। ਤੇ ਵਜ਼ੀਰ ਆਜ਼ਮ ਦਾ ਜਿਹੜਾ ਸਵਾਲ ਹੈ ਉਹ ਇੱਕ ਆਮ ਬੰਦੇ ਵਾਸਤੇ ਉਹ ਬੜਾ ਅਪੀਲਿੰਗ ਹੈ। ਲੋਕ ਪਿਛਲੀ ਦਫਾ ਵੀ ਉਹਨਾਂ ਜਿਹੜਾ ਜਨਰਲ ਅਸੈਂਬਲੀ 'ਚ ਖਿਤਾਬ ਕੀਤਾ ਸੀ ਉਹ ਵੀ ਬੜਾ ਅਪੀਲਿੰਗ ਸੀ, ਇਹ ਵੀ ਬੜਾ ਅਪੀਲਿੰਗ ਸੀ। ਲੇਕਿਨ ਦੁਨੀਆ ਖਿਤਾਬਾਤ ਨਾਲ ਅਗਰ ਜਲਦੀ ਹੁੰਦੀ ਤੇ ਪ੍ਰੋਫੈਸਰਾਂ ਤੋਂ ਅੱਛਾ ਖਿਤਾਬ ਕੋਈ ਨਹੀਂ ਕਰ ਸਕਦਾ। ਦੁਨੀਆ ਜਿਹੜੀ ਉੱਥੇ UN 'ਚ ਆਪਣੇ ਆਲਾ ਪ੍ਰੋਫੈਸਰ ਭੇਜਦੀ ਹੈ, ਉਹ ਆਲਾ ਖਿਤਾਬਾਤ। ਤੇ ਮੌਲਵੀ ਵੀ ਬੜਾ ਚੰਗਾ ਖਿਤਾਬ ਕਰਦਾ, ਮੌਲਵੀ ਵੀ ਬੜਾ ਚੰਗਾ ਖਿਤਾਬ ਕਰਦਾ ਹੈ ਮੈਂਬਰ ਤੇ। ਤੁਹਾਡੇ ਐਸੇ ਮੌਲਵੀਜ਼ ਨੇ ਇੱਥੇ ਲੋਕਾਂ ਨੂੰ ਪਾਗਲ ਕਰ ਦਿੰਦੇ ਨੇ, ਜਿਨ੍ਹਾਂ YouTube 'ਚ ਕਈ ਮਿਲੀਅਨਸ ਵੀਡੀਓ ਨੇ ਦੇਖੀਆਂ ਜਾ ਰਹੀਆਂ ਨੇ। ਗੱਲ ਇਹ ਨਹੀਂ ਹੈ, ਦੇਖੋ ਮੁਲਕ ਚੱਲਦੇ ਨੇ ਡਿਪਲੋਮੈਸੀਆਂ ਨਾਲ। ਇਹ ਦੁਨੀਆ ਦਾ ਇੱਕ ਆਪਣਾ ਸਿਸਟਮ ਹੈ ਚੱਲਣ ਦਾ, ਇਸ ਦੇ ਪਿੱਛੇ ਇੱਕ ਆਪਣੀ ਸਾਇੰਸ ਹੈ, ਇਸ ਦੇ ਪਿੱਛੇ ਇੱਕ ਆਪਣਾ ਫਿਕਸ਼ਨ ਹੈ। ਉਸ ਚੀਜ਼ ਤੋਂ ਜਿਹੜਾ ਹੈ ਨਾ, ਸਾਡੇ ਵਜ਼ੀਰ ਆਜ਼ਮ ਸਾਹਿਬ ਉਹਨਾਂ ਨੂੰ ਔਰ ਸਾਡੀ ਐਸਟੈਬਲਿਸ਼ਮੈਂਟ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਘੱਟ ਹੈ। ਕਿ ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੁਨੀਆ ਜਿਹੜੀ ਹੈ ਉਹ ਚੱਲ ਰਹੀ ਹੈ ਤੁਹਾਡੀ ਤਾਕਤ ਨਾਲ, ਕਿ ਤੁਹਾਡੀ ਮਾਸ਼ੀ ਤਾਕਤ ਕਿਤਨੀ ਹੈ ਜੀ, ਤੁਹਾਡਾ ਦੁਨੀਆ ਦੇ ਲੈਣ ਦੇਣ ਕਿਤਨਾ ਹੈ, ਤੁਹਾਡੀ ਸਿਵਲਾਈਜੇਸ਼ਨ ਜਿਹੜੀ ਹੈ ਉਹ ਅੰਦਰੋਂ ਕਿਤਨੀ ਮਜ਼ਬੂਤ ਹੈ, ਠੀਕ ਨਹੀਂ? ਤੇ ਉਹ ਅਸੀਂ ਜਿਸ ਦੁਨੀਆ ਸਾਡੇ ਬਾਰੇ 'ਚ ਫਿਕਰਮੰਦ ਹੁੰਦੀ ਹੈ ਕਿ ਇਹਨਾਂ ਦੀਆਂ ਮਸਲਗੀ ਲੜਾਈਆਂ ਵੀ ਨੇ, ਇਹਨਾਂ ਦੀਆਂ ਨਸਲ ਪ੍ਰਸਤੀਆਂ ਨੇ ਵੀ, ਬਾਕੀ ਵੀ ਇਹਨਾਂ ਨੇ ਮਾਮਲਾਤ ਨੇ, ਠੀਕ ਨੇ? ਇਹਨਾਂ ਦੇ ਬਹੁਤ ਜ਼ਿਆਦਾ ਕੌਨਫਲਿਕਟ ਨੇ ਆਪਸ ਵਿੱਚ, ਠੀਕ ਨੇ? ਤੇ ਇਹ ਚੱਲਦੇ ਨੇ ਦੁਨੀਆ ਨੂੰ ਜਨਾਬ ਸਬਕ ਸਿਖਾਉਣ ਵਾਸਤੇ। ਤਾਂ ਦੁਨੀਆ ਸਾਨੂੰ ਸਾਡਾ ਮਜ਼ਾਕ ਉਡਾਉਂਦੀ ਹੈ। ਜਿਵੇਂ ਸਾਡੇ ਵਜ਼ੀਰ ਆਜ਼ਮ ਸਾਹਿਬ ਇੱਕ ਗੱਲ ਕਰਦੇ ਨੇ, ਤੁਸੀਂ ਪਿਛਲੇ ਦਿਨਾਂ ਦੇਖਿਆ ਹੋਏਗਾ ਕਿ CNN ਦੀ ਇੱਕ ਬੜੀ ਵੱਡੀ ਤਜਜ਼ੀਆ ਨਿਗਾਰ ਨੇ ਕਿਹਾ ਹੈ ਫਿਕਰਾ ਕਿ ਇਮਰਾਨ ਖਾਨ ਜਿਹੜਾ ਹੈ ਉਸਦੀ ਆਪਣੀ ਹੈਸੀਅਤ ਤੇ ਇਸਲਾਮਾਬਾਦ ਦੇ ਮੇਅਰ ਜਿਤਨੀ ਨਹੀਂ ਹੈ। ਤੁਹਾਡੀ ਖੈਰ ਹੋ ਜਾਏ, ਠੀਕ ਨਹੀਂ? ਹੁਣ ਤੁਸੀਂ ਦੇਖੋ ਕਿ ਜਦੋਂ ਮਤਲਬ ਇਹ ਦੁਨੀਆ ਸਾਡੇ ਬਾਰੇ 'ਚ ਇਹ ਅਹਿਮਦ ਲਤੀਫ ਸਾਹਿਬ
ਇਹ ਦੁਨੀਆ 'ਚ ਇੱਕ ਨਵੀਂ ਟਰਮ ਸ਼ੁਰੂ ਹੋ ਗਈ ਜੀ। ਜੇ, ਔਰ ਇਹ ਇੱਕ ਰੀਅਲ ਡੈਮੋਕ੍ਰੇਸੀਜ਼ ਕਿਹੜੀਆਂ ਨੇ ਤੇ ਫੇਕ ਕਿਹੜੀਆਂ ਨੇ। ਤੁਹਾਡੀ ਹੁਣ ਇਹ ਖੈਰ ਹੋ ਜਾਏ। ਦੁਨੀਆ ਜਿਹੜੀ ਹੈ ਉਹ ਸਾਨੂੰ ਜਿਹੜੀ ਹੈ ਇੱਕ ਫੇਕ ਡੈਮੋਕ੍ਰੇਸੀ ਸਮਝਦੀ ਹੈ, ਜਿਸ ਦੇ ਪਿੱਛੇ ਜਿਹੜੀ ਹੈ ਸਾਡੀ ਤਾਕਤ ਅਸਲ ਜਿਹੜੀ ਹੈ ਉਹ ਹੋਰ ਲੋਕਾਂ ਨਾ ਕੋਲ ਤੇ ਕੋਈ ਗਲਤ ਗੱਲ ਕਰਦੀ ਹੈ, ਫੇਕ ਹੀ ਤਾਂ ਹੈ, ਫੇਕ ਇੱਥੇ ਡੈਮੋਕ੍ਰੇਸੀ ਹੈ ਕੋਈ ਨਹੀਂ। ਤੇ ਉਹ ਜਿਹੜੇ ਲੀਡਰ ਨੇ ਸਾਰੇ, ਉਹਨਾਂ ਨੂੰ ਤੁਸੀਂ ਦੇਖੋਗੇ ਜਿਹੜੇ ਸਭ ਤੋਂ ਵੱਡੇ ਸਾਡੇ ਅਲਾਈ ਨੇ, ਜਿਨ੍ਹਾਂ ਨੂੰ ਅਸੀਂ ਫਖਰ ਨਾਲ ਬਿਆਨ ਕਰ ਰਹੇ ਹਾਂ ਪਿਛਲੇ ਜਦੋਂ ਦੇ ਅਫਗਾਨਿਸਤਾਨ 'ਚ ਉਹਨਾਂ ਨੇ ਟੇਕ ਓਵਰ ਕੀਤਾ, ਤੇ ਉਹ ਵੀ ਕਹਿੰਦੇ ਨੇ ਕਿ ਸਿਲੈਕਟਡ ਹੈ ਤੁਹਾਡਾ ਵਜ਼ੀਰ ਆਜ਼ਮ, ਸਾਨੂੰ ਸਬਕ ਸਿਖਾਉਂਦਾ ਹੈ। ਤੇ ਗੱਲ ਇਹ ਵੇ ਕਿ ਕਦੇ ਕਦੇ ਮੈਨੂੰ ਲੱਗਦਾ, ਅੱਜ ਮੈਂ ਇੱਕ ਆਪਣੇ ਦੋਸਤ ਨੂੰ ਕਹਿ ਰਿਹਾ ਸਾਂ, ਮੈਂ ਕਿ ਯਾਰ ਗੱਲ ਇਹ ਵੇ ਕਿ ਸਾਡਾ ਜਿਹੜਾ ਵਜ਼ੀਰ ਆਜ਼ਮ ਹੈ ਉਹ ਇੱਕ ਵਜ਼ੀਰ ਆਜ਼ਮ ਤੋਂ ਜ਼ਿਆਦਾ ਉਸਦੀ ਜਿਹੜੀ ਹੈਸੀਅਤ ਹੈ ਔਰ ਅਹਿਲੀਅਤ ਹੈ ਉਹ ਇੱਕ ਮੋਟੀਵੇਸ਼ਨਲ ਸਪੀਕਰ ਦੀ ਹੈ। ਤੇ ਚੂੰਕਿ ਇਹ ਜਿਹੜਾ ਦੌਰ ਸੀ ਜਿਸ ਸਾਡੀ ਅਮਰੀਕਾ ਤੋਂ ਵੀ ਏਡ ਬੰਦ ਹੋਈ ਪਈ, ਸਾਡੇ ਇਕਨੋਮੀ ਦੇ ਹਾਲਾਤ ਵੀ ਖਰਾਬ ਨੇ, ਤੇ ਕੌਮ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਨੂੰ ਲੈਂਦਾ ਹੈ, ਉਹਨਾਂ ਨੂੰ ਇੱਕ ਮੋਟੀਵੇਸ਼ਨਲ ਸਪੀਕਰ ਚਾਹੀਦਾ ਸੀ ਜਿਹੜੀ ਕੌਮ ਨੂੰ ਉੱਤੇ ਜਿਹੜਾ ਹੈ ਨਾ ਬੂਸਟ ਅਪ ਰੱਖੇ ਤੇ ਥੱਲੇ ਸਤਿਆਨਾਸ਼ ਹੋਈ ਰਵੇ। ਨਹੀਂ, ਮੋਟੀਵੇਸ਼ਨਲ ਸਪੀਕਰ ਤਾਂ ਕੋਈ ਨਹੀਂ ਨਾ। ਤੁਹਾਨੂੰ ਪਤਾ ਹੈ ਇਸ ਵੇਲੇ ਸੋਸ਼ਲ ਮੀਡੀਆ 'ਚ ਟਰਮ ਚੱਲ ਰਹੀ ਹੈ, ਸੋਸ਼ਲ ਮੀਡੀਆ ਜੰਗਜੂ, ਸੋਸ਼ਲ ਮੀਡੀਆ ਮਸਖਰੇ। ਦੇਖੋ ਇਹ ਅਸਲ ਇਹ ਇਮਰਾਨ ਖਾਨ ਨੇ ਇੱਕ ਤੁਹਾਡੀ ਜਿਹੜੀ ਬਹੁਤ ਵੱਡੀ ਜਿਹੜੀ ਤਾਦਾਦ ਹੈ ਉਹ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਜ਼ਿਆਦਾ ਜਿਹੜੀ ਇਹ ਸੈਂਸਿਬਿਲਿਟੀ ਨਹੀਂ ਮਾਮਲਾਤ ਦੀ, ਇਹ ਉਹਨਾਂ ਲੋਕਾਂ 'ਚ ਬੜਾ ਪਪੂਲਰ ਇਸ ਦਾ ਨੈਰੇਟਿਵ ਹੋ ਰਿਹਾ, ਠੀਕ ਹੈ ਕਿ ਨਹੀਂ। ਉਹਨਾਂ ਹੀ ਲੋਕਾਂ ਦੀ ਅਕਸਰੀਅਤ ਹੈ, ਤੇ ਜਿਹੜੇ ਸਮਝਣ ਵਾਲੇ ਨੇ ਚੀਜ਼ਾਂ ਨੂੰ ਗਹਿਰਾਈ ਜਾ ਕੇ ਡੈਪਥ ਜਾ ਕੇ, ਉਹ ਤਾਂ ਬੜੇ ਘੱਟ ਲੋਕ ਹੁੰਦੇ ਨੇ, ਤੇ ਉਹ ਹੀ ਸਮਝਦੇ ਨੇ ਕਿ ਮਤਲਬ ਹੈ ਕਿ ਇਮਰਾਨ ਇਹ ਮੁਲਕ ਨਾਲ ਕਰਕੇ ਰਿਹਾ ਹੈ, ਮੁਲਕ ਨਾਲ ਹੋ ਕੇ ਰਿਹਾ। ਲੇਕਿਨ ਇਹ ਜਿਸ ਵੇ ਕਰਦਾ ਹੈ, ਤੁਸੀਂ ਦੇਖੋ ਕਈ ਵੀਡੀਓਜ਼ ਆਉਂਦੀਆਂ ਨੇ ਉਹ ਇਮਰਾਨ ਦੇ ਬੱਲੇ ਬੱਲੇ ਕਰ ਰਹੇ ਨੇ, ਉਹ ਇੰਝ ਹੀ ਕਰ ਰਹੇ ਨੇ ਕਿ ਉਹ ਆਮ ਜਿਹੜੀ ਸਤਹੀ ਗੱਲ ਹੈ ਨਾ, ਉਹ ਆਮ ਲੋਕਾਂ ਦੀ ਜਿਸ ਨੇ ਬੜਾ ਜਿਸ ਨੈਰੇਟਿਵ ਨਾਲ ਇਸ ਕੌਮ ਨੂੰ ਪਿਛਲੇ 70-75 ਸਾਲਾਂ ਤੋਂ ਬੇਵਕੂਫ ਬਣਾਇਆ ਜਾ ਰਿਹਾ, ਉਹ ਨੈਰੇਟਿਵ ਇੱਕ ਨਵੀਂ ਸ਼ੇਪ ਤੇ ਪੀਕ ਤੇ ਨਜ਼ਰ ਆਉਂਦਾ ਹੈ। ਅੱਛਾ, ਇੱਕ ਹੋਰ ਗੱਲ ਕੀਤੀ ਹੈ ਸਾਡੇ ਵਜ਼ੀਰ ਇਤਲਾਤ ਨੇ, ਉਹ ਕਹਿੰਦੇ ਨੇ ਜੀ ਇਸ ਵੇਲੇ ਦੁਨੀਆ ਤੇ ਬਿਆਨੀਆਂ ਦੀ ਲੜਾਈ ਹੈ। ਉਹ ਇੰਝ ਮੈਨੂੰ ਸਮਝ ਆਈ ਹੈ, ਜਿਹਨੇ ਹੁਣ ਬਿਆਨੀਆਂ ਦੀ ਲੜਾਈ ਦੀ ਗੱਲ ਕੀਤੀ ਹੈ, ਮੈਂ ਸਮਝਿਆ ਵੀ ਬਿਆਨੀਆਂ ਦੀ ਲੜਾਈ ਕੁੱਕੜਾਂ ਦੀ ਤੇ ਬਟੇਰਿਆਂ ਦੀ ਲੜਾਈ ਤੇ ਨਹੀਂ, ਕਿਧਰੇ ਤਿੱਤਰਾਂ ਦੀ। ਜਿਸ ਤਰ੍ਹਾਂ ਕੁੱਕੜ ਬਟੇਰੇ ਤੇ ਤਿੱਤਰ ਲੜ ਰਹੇ ਹੁੰਦੇ ਤੇ ਧੂੜ ਉਡਾ ਰਹੇ ਹੁੰਦੇ ਨੇ, ਕਿਆ ਇਹ ਬਿਆਨੀਆਂ ਦੀ ਲੜਾਈ ਇਸੇ ਤਰ੍ਹਾਂ ਦੀ ਲੜਾਈ ਹੈ? ਇਹ ਉਸੇ ਤਰ੍ਹਾਂ ਡੀਲ ਕਰ ਰਹੇ ਨੇ ਕਿ ਜਿਸ ਤਰ੍ਹਾਂ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ, ਜਿਸ ਤਰ੍ਹਾਂ ਬਟੇਰੇ ਤਿੱਤਰਾਂ ਦੀ ਲੜਾਈ ਹੈ। ਜਿਸ ਤਰ੍ਹਾਂ ਦੇਖੋ ਸਾਡਾ ਬਿਆਨੀਆਂ ਮਜਮੂਈ ਤੌਰ ਤੇ ਇਸ ਕੌਮ ਦਾ ਅੱਜ ਤੱਕ ਬਣਾਇਆ ਨਹੀਂ ਦਿੱਤਾ ਗਿਆ ਜੀ। ਇਹ ਇੱਕ ਮਸਨੂਈ ਬਿਆਨੀਆਂ ਤੇ ਖੜੀ ਹੈ, ਇਹ ਰਿਆਸਤ ਇੱਕ ਨਜ਼ਰੀਆਤੀ ਸਰਾਬ ਤੇ ਕਾਇਮ ਹੈ, ਔਰ ਇਸ ਦਾ ਮਜਮੂਈ ਜਿਹੜਾ ਧਰਤੀ ਦਾ ਬਿਆਨੀਆ ਹੈ, ਜਿਹੜੇ ਧਰਤੀ ਦੇ ਹੀਰੋ ਨੇ ਉਹਨਾਂ ਨੂੰ ਤੁਸੀਂ ਗਦਾਰ ਕਹਿੰਦੇ ਹੋ, ਤੇ ਜਿਹੜੇ ਗਦਾਰ ਨੇ ਉਹਨਾਂ ਨੂੰ ਤੁਸੀਂ ਹੀਰੋ ਬਣਾਇਆ ਹੋਇਆ। ਤੇ ਇਹ ਜਿਹੜੀ ਬਿਆਨੀਆ ਹੈ ਮੈਂ ਸਮਝਦਾ ਹੈ ਕਿ ਸਿਆਸਤ ਦਾ ਮੌਜੂਦ ਹੀ ਕੋਈ ਨਹੀਂ, ਔਰ ਇਹ ਇੱਕ ਮਸਨੂਈ ਬਿਆਨੀਏ ਤੇ ਜਨਾਬ ਇਹ ਸਾਰੀ ਇਮਾਰਤ ਖੜੀ ਹੈ, ਜਿਸ ਦੀ ਵਜ੍ਹਾ ਤੇ ਥੋੜੀ ਜਿਹੀ ਜਿਸ ਤੇ ਹਲਚਲ ਬਚਦੀ ਹੈ ਸਾਡੀ ਸਰਹੱਦਾਂ ਤੇ ਇਰਦ ਗਿਰਦ ਤੇ ਲਰਜ਼ਣ ਲੱਗ ਪੈਂਦੀ ਹੈ। ਹਾਲਾਂਕਿ ਕੌਮਾਂ ਬੜੇ ਬੁਰਾਨ ਚ ਗੁਜ਼ਰਦੀਆਂ ਨੇ, ਉਹਨਾਂ ਨੂੰ ਕੁੱਖ ਨਹੀਂ ਹੁੰਦਾ। ਅੱਛਾ, ਇਹਦਾ ਮਤਲਬ ਹੈ, ਮੈਂ ਇੱਕ ਹੋਰ ਗੱਲ ਕਰਨਾ ਚਾਹ ਰਿਹਾ, ਲੋਕ ਜ਼ਾਹਿਰ ਹੈ ਤੁਸੀਂ ਤਾਰੀਖ ਦੇ ਤਾਲਿਬ ਇਲਮ ਹੈਗੇ ਹੋ, ਤਾਰੀਖ ਦੇ ਪਾਰਕ ਹੋ, ਔਰ ਉਹ ਗੱਲਾਂ ਬੜੀ ਗਹਿਰੀ ਤੱਕ ਚਲੇ ਜਾਂਦੇ ਹੋ। ਅਸੀਂ ਤੁਸੀਂ ਸਾਰੇ ਇਹ ਦੇਖਣੇ ਆ, ਫਿਰ ਤਾਰੀਖ ਦੀ ਇੱਕ ਰੂਹ ਹੁੰਦੀ ਹੈ, ਉਹ ਕਿਸ ਤਰ੍ਹਾਂ ਜਾਂਦੀ ਹੈ ਪਈ। ਫਿਰ ਅਸੀਂ ਸਾਰੇ ਲੋਕ ਜਿਹੜੇ ਮੀਡੀਆ ਪ੍ਰੈਕਟੀਸ਼ਨਰ ਵੀ ਹਾਂ, ਤੇ ਥੋੜ੍ਹਾ ਜਿਹਾ ਸਾਡੇ ਨਾਲ ਅੱਲਾ ਨੇ ਮਿਹਰਬਾਨੀ ਕੀਤੀ ਹੈ ਕਿ ਅਸੀਂ ਥੋੜ੍ਹੇ ਕਾਮਰੇਡ ਵੀ ਹਾਂ, ਔਰ ਜ਼ਮੀਨ ਦੀ ਵੀ ਗੱਲ ਕਰਨੇ ਆ, ਲੋਕਾਂ ਦੀ ਗੱਲ ਕਰਨੇ ਆ, ਲੋਕਾਈ ਦੀ ਗੱਲ ਕਰਦੇ ਆ, ਕਹਿੰਦੇ ਆ ਕਿ ਕਿਆ ਇਹ ਬਰਰੇ ਸਗੀਰ ਜਿਹੜਾ ਹੈ ਇਹ ਆਜ਼ਾਦ ਹੋਇਆ ਹੈ ਜਾਂ ਇਸਤਮਾਰ ਨੇ ਆਪਣੇ ਗਮਾਸ਼ਤੇ ਇੱਥੇ ਬਿਠਾਏ ਨੇ। ਔਰ ਮੈਂ ਕਦੇ ਕਦੇ ਸੋਚਣਾ ਵਾਂ ਕਿ ਸਾਡੇ ਇੱਥੇ ਜਿਹੜੇ ਬੰਦੇ ਨੇ ਬੈਠੇ, ਜਿਹਨੂੰ ਰੂਲਿੰਗ ਐਲੀਟ ਕਹਿੰਦੇ ਅਸੀਂ, ਉਹ ਸਾਰੀ ਦੀ ਸਾਰੀ ਸਰਵ ਕਰਦੀ ਹੈ ਇਸਤਮਾਰ ਨੂੰ, ਸਾਨੂੰ ਕੋਈ ਨਹੀਂ ਸਰਵ ਕਰਦਾ, ਔਰ ਉਹ ਸਾਡਾ ਨਾਂ ਲੈ ਕੇ ਆਉਂਦੇ ਨੇ, ਲੇਕਿਨ ਦਰਅਸਲ ਉਹ ਆਪਣੇ ਲੋਕਾਂ ਦੀ ਗੱਲ ਕਰਦੇ ਨੇ। ਔਰ ਫਿਰ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਕੀ ਹੋਇਆ, ਸ਼ੁਰੂ ਹੋਇਆ ਕੰਮ, ਇੱਕ ਤਹਿਸੀਲਦਾਰ ਨੂੰ ਲੋਕਾਂ ਨੇ ਕੁੱਟ ਸੱਟਿਆ। ਉਸ ਤੋਂ ਪਹਿਲਾਂ ਅਸਾਂ ਦੇਖਿਆ ਕਿ ਇੱਕ ਬੰਦੇ ਨੇ ਬਾਵਰਦੀ ਆਦਮੀ ਸੀ, ਉਹ ਲੋਕਾਂ ਤੇ ਥੁੱਕ ਰਿਹਾ। ਇਹ ਨਫ਼ਰਤ ਅੰਗੇਜ਼ ਜਿਹੜੀ ਸੂਰਤ ਹਾਲ ਹੈ, ਕਿਆ ਲੋਕ ਮੁਰੰਮਤ ਕਰਨ ਤੇ ਨਹੀਂ ਆ ਗਏ? ਲੋਕਾਂ ਦੀ ਹੁਣ ਮੁਰੰਮਤ ਕਰਦੇ ਨੇ ਪਏ ਲੋਕਾਂ ਦੀ। ਇਹ ਦੇਖੋ ਤੁਹਾਡਾ ਸਵਾਲ ਜਿਹੜਾ ਹੈ ਉਹ ਮੈਂ ਸਮਝਦਾ ਕਿ 80 ਸਾਲ ਦੀ ਤੁਸੀਂ ਤਾਰੀਖ ਵਿੱਚ ਸਮੇਟ ਦਿੱਤੀ ਹੈ। ਇਹ ਜਿਹੜਾ ਮੁਲਕ ਹੈ ਨਾ, ਇਹ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਸੇ ਬਣਾਇਆ ਗਿਆ ਸੀ, ਇਹ ਤੁਹਾਡੀ ਵਾਲੀ ਗੱਲ ਹੈ ਕਿ ਇਸਤਮਾਰ ਦਾ ਹੀ ਮਨਸੂਬਾ ਸੀ, ਔਰ ਇਸਤਮਾਰ ਚਾਹੁੰਦਾ ਸੀ ਕਿ ਇੱਥੇ ਚੂੰਕਿ ਉਸ ਵਕਤ ਜਿਹੜੀ ਸੈਕੰਡ ਲਾਈਨ ਲੀਡਰਸ਼ਿਪ ਸੀ ਉਹ ਕਮਿਊਨਿਸਟ ਸੀ ਜੀ, ਔਰ ਇਸਤਮਾਰ ਨੂੰ ਪਤਾ ਸੀ ਕਿ ਅਗਰ ਅਸੀਂ ਹਿੰਦੁਸਤਾਨ ਨੂੰ ਅਸੀਂ ਇਸੇ ਤਰ੍ਹਾਂ ਛੋੜ ਦਿੱਤਾ ਤੇ ਪਹਿਲੀ ਲਾਈਨ ਦੀ ਜਿਹੜੀ ਲੀਡਰਸ਼ਿਪ ਹੈ ਉਹ ਗਾਂਧੀ ਹੈ, ਨਹਿਰੂ ਹੈ, ਇਹ ਅਗਲੇ 5-7 ਸਾਲਾਂ 'ਚ ਨਾਕਾਮ ਹੋ ਜਾਏਗੀ, ਇਸ ਨੂੰ ਰਿਪਲੇਸ ਕਮਿਊਨਿਸਟ ਕਰਨਗੇ ਜੀ। ਉਹ ਸਮਝਦੇ ਸਨ ਕਿ ਅਗਰ ਕਮਿਊਨਿਸਟ
अगर हिंदुस्तान च आ गए तो फिर फार ईस्ट तक इन्हों कोई नहीं रोक सकता। हाँ, पूरा एशिया सुर्ख हो जाएगा। जी जी, पूरा एशिया सुर्ख हो जाएगा। तो उन्हें इस रोकण वास्ते एक बफर स्टेट कायम का इतने मनसूबा बनाया और उस बफर स्टेट उन्होंने कहा कि साढ़े नाल कश्मीर भी छोड़ गए, कश्मीर भी छोड़ गए। उन्होंने कहा कि साढ़े मफादात नूं सर्व करेगी। अज तक तुसी देखो कि इस बफर स्टेट ने अपना कोई मफाद सर्व नहीं किया, ठीक है कि नहीं। इसने हमेशा वैस्ट के मफादात नूं सर्व किया है, उन्होंने मफादात नूं पूरा किया है और अज तक करती आ रही है। हुण प्रॉब्लम ये है कि एक बहुत वड्डी जिहड़ी एस्टैबलिशमेंट है जिहड़ी सब वैस्ट के मफाद नूं सर्व करने वास्ते रखी हुई है, ये हुण जिहड़े साडे वसाइल ने ये उस नूं पिलाण वास्ते हुण काफ़ी निगरा है, पिलाण खिलाण वास्ते ये हुण बड़े घट गए ने। तो ये माहिर मैशत कहते हैं कि अगर किसी मुल्क की जी एक करंसी होंगी उस डॉलर के मुकाबले 100% गिर जाए तो उत्थे फिर अफरत तफरी होंगी। तो तुसी देखो हुण तो असीं 2% नूं टच करन वाले हैं। तो मैं समझदा है कि असीं बहुत वड्डे अफरा तफरी बहुत वड्डे हिजानी दौर असीं जनाब दाखिल हो चुके हैं। और ये जिहड़ा हिजानी दौर है इत्थे तुहानूं अनएक्सपैक्टेड तब्दीलियां जोग्राफियाई तौर पर नज़र आ सकदियां ने। अच्छा, ਇਹਦਾ मतलब ये है, मैं एक और गल करना चाहना, ये ਜਿਹੜੀ ਤੁਸੀਂ ਗੱਲ ਕਰਦੇ ਹੋ, ਫਰਜ਼ ਕਰੋ 9 ਵਾਰ ਪੈਕਟ ਹੋ ਜਾਂਦਾ, ਫਰਜ਼ ਕਰੋ ਅਸੀਂ ਸਾਰੇ ਜਿਹੜੇ ਲੋਕ ਹਾਂ, ਸਾਡੀ ਜਿਹੜੀ ਸਿਕਿਉਰਿਟੀ ਸਾਰੀਆਂ ਏਜੰਸੀਆਂ ਸਾਰੀਆਂ ਉਹ ਸਿਕਿਉਰਿਟੀ ਗਾਰਡ ਬਣ ਜਾਂਦੀਆਂ ਤੇ ਅਸੀਂ ਸੀਪੈਕ ਦੀ ਨਿਗਰਾਨੀ ਕਰਨ ਲੱਗ ਪੈਂਦੇ ਹਾਂ। ਤੇ ਕਿਆ ਇਹ ਸਾਰਾ ਰੌਲਾ ਜਿਹੜਾ ਹੈ ਇਹ ਵੱਧਦਾ ਵੱਧਦਾ ਕਿੱਥੇ ਦਾ ਕਿੱਥੇ ਟੁਰ ਜਾਏਗਾ? ਇਹ ਸਵਾਲ ਬੜਾ ਡਿੰਗਾ ਹੈ ਤੇ ਮੈਂ ਇਸ ਦਾ ਜਵਾਬ ਵੀ ਲਵਾਂਗਾ, ਪਰ ਇੱਥੇ ਪਹਿਲਾਂ ਲਵਾਂਗਾ ਵਕਫਾ, ਫਿਰ ਉਸ ਤੋਂ ਬਾਅਦ ਕਰਾਂਗੇ ਗੱਲ। ਵੈਲਕਮ ਬੈਕ। ਇੱਕ ਸਵਾਲ ਛੱਡਿਆ ਸੀ ਤੁਹਾਡੇ ਵਾਸਤੇ ਸਜਾਦ ਅਜ਼ਹਰ ਸਾਹਿਬ ਕਿ 9 ਵਾਰ ਪੈਕਟ ਹੋ ਜਾਂਦਾ, ਫਰਜ਼ ਕਰੋ, ਤੇ ਹੁਣ ਤੁਹਾਨੂੰ ਪਤਾ ਹੈ ਕਿ ਨਵੀਂ ਜਿਹੜੀ ਮਨਸੂਬਾਬੰਦੀ ਬਣੀ ਹੈ ਜ਼ਾਹਿਰ ਹੈ ਇੱਥੋਂ ਨਿਕਲਦਾ ਗਿਆ, ਨਿਕਲਦਾ ਤਾਂ ਨਹੀਂ, ਮੈਂ ਤਾਂ ਨਹੀਂ ਸਮਝਦਾ ਨਿਕਲ ਗਿਆ ਇੱਥੋਂ, ਬਲਕਿ ਉਹ ਇੱਥੇ ਹੀ ਹੈ, ਵੈਰੀ ਮਚ ਦੇਅਰ। ਅਮਰੀਕਾ ਇੱਥੋਂ ਨਹੀਂ ਗਿਆ, ਕਿਉਂਕਿ ਮੇਰੇ ਨਜ਼ਦੀਕ ਉਸਾਮਾ ਵੀ ਉਹਨਾਂ ਦਾ ਬੰਦਾ ਸੀ ਤੇ ਤਾਲਿਬਾਨ ਵੀ ਉਹਨਾਂ ਦੇ ਬੰਦੇ ਨੇ ਤੇ ਦਾਸ਼ ਵੀ ਉਹਨਾਂ ਦੇ ਹੀ ਬੰਦੇ ਨੇ, ਔਰ ਇਹ ਸਾਰੇ ਉਹਨਾਂ ਵਾਸਤੇ ਕੰਮ ਕਰਦੇ ਨੇ, ਔਰ ਅਸੀਂ ਵੀ ਕਿਸੇ ਨਾ ਕਿਸੇ ਸ਼ਕਲ 'ਚ ਉਹਨਾਂ ਵਾਸਤੇ ਕੰਮ ਕਰਨੇ ਆ। ਮੈਂ ਇੱਕ ਹੋਰ ਹਿਸਾਬ ਲਾਇਆ ਹੈ ਕਿ ਜਿਹੜਾ ਦੋਵਾਂ ਘਰਾਂ ਦਾ ਕੁੱਤਾ ਹੁੰਦਾ ਨਾ ਭੁੱਖਾ ਰਹਿੰਦਾ, ਅਸੀਂ ਇੱਕ ਥਾਂ ਲੱਗ ਜਾਾਂਗੇ ਤੇ ਮਾਮਲਾ ਸਿੱਧਾ ਹੋਵੇਗਾ। ਅਸੀਂ ਹੁਣ ਆਨੇ ਅਮਰੀਕਾ ਵੀ ਸਾਡਾ ਯਾਰ ਹੈ ਤੇ ਅਸੀਂ ਆਨੇ ਚੀਨ ਵੀ ਸਾਡਾ ਯਾਰ ਹੈ। ਅਮਰੀਕਾ ਔਰ ਚੀਨ ਦੋਏ ਸਾਡੇ ਯਾਰ ਕਿਸ ਤਰ੍ਹਾਂ ਹੋ ਸਕਦੇ? ਇਹ ਕਿਸ ਸਤ੍ਹਾ ਤੇ ਜਾਂਦੇ ਨੇ ਪਏ? ਹੁਣ ਤੁਸੀਂ ਦੇਖਦੇ ਹੋ ਇੱਥੋਂ ਨਿਕਲਦਾ ਗਿਆ, ਬਜ਼ਾਹਿਰ ਨਿਕਲਦਾ ਗਿਆ, ਸਾਈਡ ਤੋਂ ਹੋ ਕੇ ਬਹਿ ਗਿਆ ਤੇ ਉਹਨੇ ਇੱਕ ਚੀਨ ਨੂੰ ਨਿਜੋ ਖੀਮਾ ਹੋ ਕੇ ਚੀਨ ਦੇ ਵਾਸਤੇ ਹੈ ਤੇ ਰੂਸ ਵਾਸਤੇ ਉਹ ਕੰਮ ਕਰਦਾ ਪਿਆ। ਇਹ ਸਾਰੀ ਸੂਰਤ ਜਿਹੜੀ ਹੈ ਇਹ ਬਣਦੀ ਚਲੀ ਜਾਂਦੀ ਹੈ। ਮੈਂ ਲੋਕ ਆਖਦੇ ਨੇ ਤੂੰ ਜੰਗ ਚੁੱਕੀ ਗਈ ਹੈ, ਮੈਂ ਨਾ ਇੱਥੇ ਜੰਗ ਜਿਹੜੀ ਹੈ ਚੁੱਕੀ ਨਹੀਂ ਗਈ, ਨਵੀਂ ਜੰਗ ਸ਼ੁਰੂ ਹੋ ਗਈ ਹੈ। ਤੁਸੀਂ ਕੀ ਕਹਿੰਦੇ ਹੋ? बिल्कुल एक बड़ी असी तवील जंगा के दौर दाखिल हो गए हैं और ये जड़ा नवा जड़ा दौर है इस जड़ा मैदान है वो पाकिस्तान होना है। अच्छा, ये जी गल तुसां कीती है सी पैक वाली, मैं समझदा है कि असी चीन नूं किसी अमरीका के कहने च असी ट्रैप कर देता है और चीन ट्रैप हो गया है और चीन ने इत्थे 60 अरब डॉलर अपने ਜਿਹੜੇ ਲਾਏ ਸਨ ਉਸ ਦੇ ਡੁੱਬਦੇ ਨਜ਼ਰ ਆ ਰਹੇ ਨੇ ਉਸਨੂੰ, ਕਿਉਂਕਿ ਚੀਨੀ ਜਿਹੜੀ ਪਿਛਲੇ ਸਟੈਂਡਿੰਗ ਕਮੇਟੀਜ਼ ਨੇ ਉਸ ਵਿੱਚ ਕਿਹਾ, ਚੀਨੀ ਸਫੀਰ ਨੇ ਹਵਾਲੇ ਨਾਲ ਕਿਹਾ ਗਿਆ ਕਿ ਪਿਛਲੇ 3 ਸਾਲ ਤੋਂ ਜਦੋਂ ਤੇ ਹਕੂਮਤ ਆਈ ਸੀ ਬੈਕ ਤੇ ਕੋਈ ਕੰਮ ਨਹੀਂ ਹੋਇਆ ਜੀ। ਅੱਛਾ, ਹੁਣ ਇਸ ਦਾ ਮਤਲਬ ਹੈ ਫਿਰ ਤੁਸੀਂ ਦੇਖੋ ਕਿ ਜੋ ਜਿਹੜੇ ਜਨਰਲ ਅੱਛਾ, ਮੈਨੂੰ ਇੱਕ ਹੋਰ ਇਤਰਾਜ਼ ਹੈ ਤੁਹਾਡੇ ਤੇ। ਇਹ ਜਦੋਂ ਤੁਸੀਂ ਕਹਿੰਦੇ ਹੋ ਜਦੋਂ ਦੀ ਹਕੂਮਤ ਆਈ, ਮੇਰੇ ਵਾਸਤੇ ਇੱਕ ਬਿਲਕੁਲ ਮੈਂ ਕਲੀਅਰ ਕਰਨਾ ਚਾਹਣਾ ਆਪਣੇ ਲੋਕਾਂ ਨੂੰ, ਥੜੇ ਵਾਲਿਆਂ ਨੂੰ ਪਤਾ ਲੱਗ ਜਾਏ, ਪਾਕਿਸਤਾਨ 'ਚ ਕਦੇ ਵੀ ਸਿਆਸੀ ਹਕੂਮਤ ਨਹੀਂ ਬਣੀ, ਸ਼ਰਾਕਤ ਇਕਤਦਾਰ ਦਾ ਕੰਮ ਹੈ। ਉਹ ਜਿਹੜੀ ਗੱਲ ਕੀਤੀ ਸੀ ਨਾ ਸਾਡੇ ਇਜਾਜ਼ ਕਮਰ ਰਾਜੇ ਨੇ, ਕੋਈ ਦਰੀਚਾ हवा के रुख पर नहीं बनाया, मेरे बुजुर्गों ने सोच कर घर नहीं बनाया, हम गजर बजने से धोखा खा गए, मैं भी किया सी, हम गजर बजने से धोखा खा गए, तीरगी से तीरगी में आ गए। वाह, सिविल हकूमत इत्थे कदे होई नहीं, असी सारे दे सारे खोखा पाण वाले हाँ, सौदा तोलण वाले हाँ, असल हकूमत ते पिंडी दी है, पिंडी वाले सारा कुछ करदे न। हुण तुसीं ये क्यों नहीं कहंदे कि पिंडी वालियां ने काम होण ही नहीं दिता, पीजे वालियां ते जजीरे जर्नल्स ने ਉਹੀ ਨਾ, ਉਹ ਦੇਖੋ ਅਸੀਂ ਇੱਕ ਬੰਦਾ ਉਹ ਲਾ ਦਿੱਤਾ ਉਹਨਾਂ ਨਾਲ ਜਿਹਦੇ ਸਾਰੇ ਇੰਟਰਸਟ ਅਮਰੀਕਾ 'ਚ ਸਨ। ਫਿਰ ਉਹ ਸਾਨੂੰ ਕਹਿੰਦੇ ਸਨ ਕਿ ਤੁਹਾਡਾ ਇੱਕ ਜਰਨਲ ਜਿਹੜਾ ਅਹਿਮ ਤਰੀਨ ਉਹਦੇ ਤੇ ਰਿਹਾ, ਉਸ ਦੀ ਅਮਰੀਕਾ 'ਚ ਇਤਨੀਆਂ ਵੱਡੀਆਂ ਪ੍ਰਾਪਰਟੀਜ਼ ਨੇ ਔਰ ਤੁਹਾਨੂੰ ਪਤਾ ਨਹੀਂ ਇਹ ਗੱਲ ਕਿ ਤੁਸੀਂ ਸਾਡੇ ਨਾਲ ਉਹ ਸਟੇਕ ਹੋਲਡਰ ਸਭ ਤੋਂ ਵੱਡਾ ਉਹ ਲਾ ਦਿੱਤਾ ਹੈ।
ਚੀਨ ਉੱਥੋਂ ਬਹੁਤ ਸ਼ਦੀਦ ਖਦਸ਼ਾਤ ਦਾ ਸ਼ਿਕਾਰ ਸੀ ਔਰ ਚੀਨ ਨੇ ਵੀ ਉਹ ਕੰਮ ਜਿਹੜਾ ਤੁਹਾਨੂੰ ਪਤਾ ਹੈ ਕਿ ML1 ਇੱਕ ਰੇਲਵੇ ਦਾ ਬਹੁਤ ਵੱਡਾ ਨਹੀਂ ਉਹਨੂੰ ਸਲੋ ਡਾਊਨ ਕੀਤਾ ਉਹਨੇ, ਹੁਣ ਬਕਾਇਦਾ ਸਲੋ ਡਾਊਨ ਕੀਤਾ ਔਰ ਉਹ 8 ਅਰਬ ਡਾਲਰ ਤੋਂ ਜ਼ਿਆਦਾ ਦਾ ਪ੍ਰੋਜੈਕਟ ਸੀ ਔਰ ਉਹ ਡੇਟ ਤੈਅ ਹੋ ਗਈ ਕਿ ਚੀਨੀ ਸਦਰ ਜਾਂ ਵਜ਼ੀਰ ਆਜ਼ਮ ਆਏਗਾ, ਲੇਕਿਨ ਜਦੋਂ ਉਹ ਸਟੋਰੀ ਆਈ ਜਨਰਲ ਦੇ ਬਾਰੇ 'ਚ ਉਹ ਰੁਕ ਗਏ। ਬਿਲਕੁਲ ਉਹ 8.5 ਅਰਬ ਡਾਲਰ ਦਾ ਜਿਹੜਾ ਪ੍ਰੋਜੈਕਟ ਸੀ ਉਹ ਬਿਲਕੁਲ ਹੀ ਸਮਝੋ ਕਿ ਡੁੱਬ ਗਿਆ ਸਾਡਾ। ਔਰ ਇਹ ਜਿਹੜੀ ਸਾਡੀ ਐਸਟੈਬਲਿਸ਼ਮੈਂਟ ਹੈ ਹੁਣ ਜਿਹੜੀ ਅਫਗਾਨਿਸਤਾਨ ਦਾ ਗੇਮ ਜਿਹੜੀ ਖੇਡਣ ਜਾ ਰਹੀ, ਮੈਨੂੰ ਇਹ ਲੱਗਦਾ ਹੈ ਕਿ ਇਸ ਦਾ ਨਿਸ਼ਾਨਾ ਵੀ ਅਸਲ ਦਾ ਹਕੀਕਤ ਚੀਨ ਹੈ। ਇਹ ਜਿਹੜੇ ਹਾਥੀ ਦੇ ਦੰਦ ਨੇ ਇਹ ਖਾਣ ਵਾਲੇ ਹੋਰ ਨੇ ਤੇ ਵਿਖਾਉਣ ਵਾਲੇ ਹੋਰ। ਅੱਛਾ ਮੈਂ ਸਾਦੀ ਜੀ ਗੱਲ ਕਰਾਂ, ਜੀ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਜਨਾਬ ਤੁਸੀਂ ਬੜੇ ਕਮਾਲ ਲੋਕ ਹੋ, ਤੁਸਾਂ ਸਾਰਿਆਂ ਰਲ ਕੇ ਰੂਸ ਨੂੰ ਕੋਡਿਆਂ ਕਰ ਦਿੱਤਾ, ਉਸ ਤੋਂ ਪਹਿਲਾਂ ਤੁਸਾਂ ਸਾਰਿਆਂ ਰਲ ਕੇ ਬਰਤਾਨੀਆ ਨੂੰ ਇੱਥੇ ਵੜਨ ਨਹੀਂ ਦਿੱਤਾ, ਔਰ ਤੁਸੀਂ ਹੁਣ ਸਾਰਿਆਂ ਨੇ ਰਲ ਕੇ ਅਮਰੀਕਾ ਨੂੰ ਇੱਥੋਂ ਨਸਾ ਦਿੱਤਾ, ਨਾਟੋ ਨੂੰ ਨਸਾ ਦਿੱਤਾ, ਤੇ ਤੁਸੀਂ ਸਾਰੇ ਰਲ ਕੇ ਹੁਣ ਚੀਨ ਨੂੰ ਕੋਡਿਆਂ ਕਰ ਸਕਦੇ ਹੋ। ਪਰ ਮੇਰਾ ਮੌਕਫ ਇਹ ਹੈ, ਚੀਨ ਉਹ ਨੇਸ਼ਨ ਹੈਗੀ ਹੈ, ਉਹ ਲੋਕ ਨੇ ਜਿਹੜੇ ਢੱਕ ਮਕੌੜੇ ਖਾ ਜਾਂਦੇ। ਇਹਨਾਂ ਦੀ ਜਿਹੜੀ ਕੀਨਾ ਪਰਵਰੀ ਹੈ ਜਾਂ ਇਹਨਾਂ ਦਾ ਮਿੱਠਾਪਨ ਹੈ ਔਰ ਮਿੱਠੇ ਹੋ ਕੇ ਜਿਹੜਾ ਕੰਮ ਕਰਦੇ ਨੇ, ਇਹਨਾਂ ਨੂੰ ਅਸੀਂ ਉਰਫੇ ਆਮ ਯਜੂਜ ਮਜੂਜ ਵੀ ਕਹਿੰਦੇ ਆ। ਇਹ ਜਿਹੜੇ ਯਜੂਜ ਮਜੂਜ ਹਨ, ਇਹ ਯੈਲੋ ਰੇਸ ਹੈ ਨਾ, ਇਹ ਯੈਲੋ ਰੇਸ ਜਿਹੜੀ ਹੈ ਅਸੀਂ ਸਮਝਦੇ ਨਾ ਪਏ, ਅਸੀਂ ਸਾਰੇ ਯੈਲੋ ਨਹੀਂ ਹੈਗੇ, ਅਸੀਂ ਉੱਥੋਂ ਸੈਂਟਰਲ ਏਸ਼ੀਆ ਤੋਂ ਆਏ ਲੋਕ ਹਾਂ, ਲੰਮਿਆਂ ਕੱਦਾਂ ਵਾਲੇ, ਚਿੱਟਿਆਂ ਰੰਗਾਂ ਵਾਲੇ, ਸੂਏ ਰੰਗਾਂ ਵਾਲੇ, ਤਿੱਖੇ ਨੱਕਾਂ ਵਾਲੇ, ਅਸੀਂ ਸਾਰੇ ਬੰਦੇ ਸੈਂਟਰਲ ਸਟੇਟ ਤੋਂ ਆਏ ਹਾਂ, ਉਧਰੋਂ ਇੱਧਰ ਆਏ ਹਾਂ ਸੈਂਟਰਲ ਏਸ਼ੀਆ ਤੋਂ। ਇਹ ਜਿਹੜਾ ਸਾਰੀ ਸੂਰਤ ਹਾਲ ਹੈ ਉਹ ਨਾ ਅਸੀਂ ਅਸੈਸ ਕਰਨੇ ਆ ਪਏ, ਨਾ ਉਹਨਾਂ ਨੂੰ ਪਤਾ ਲੱਗਦਾ ਪਿਆ। ਅਸੀਂ ਅਗਰ ਇਹਨਾਂ ਨਾਲ ਡਬਲ ਗੇਮ ਕੀਤੀ ਤੇ ਸਾਡਾ ਬੰਦੋਬਸਤ ਹੋ ਜਾਏਗਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਸਾਡਾ ਬੰਦੋਬਸਤ ਜਿਹੜਾ ਹੈ ਉਹ ਚੀਨ ਸਾੜੇ ਤੇ ਦੇਖੋ ਦੁਨੀਆ ਜਿਹੜੀ ਹੈ ਨਾ, ਅਸੀਂ ਜਿਸ ਇੱਥੇ ਅਮਰੀਕੀ ਏਡ ਆਂਦੀ ਰਹੀ, ਇੱਥੇ ਆਜ਼ਾਦੀ ਹਜ਼ਾਰੇ ਰਾਏ ਵੀ ਸੀ, ਖਵਾਤੀਨ ਦੇ ਹਕੂਕ ਵੀ ਸਨ, ਸਾਰੇ ਸਨ, ਲੇਕਿਨ ਯਾਦ ਰੱਖੋ ਇੱਥੇ ਜਿਸ ਵੇ ਇਹ ਚੀਨ ਦਾ ਕਿਰਦਾਰ ਵਧੇਗਾ ਤੇ ਇਹ ਸਾਰੀਆਂ ਚੀਜ਼ਾਂ ਮਾਈਨਸ ਹੋ ਜਾਣਗੀਆਂ ਔਰ ਇਹ ਚੀਨ ਇਤਨਾ ਅਸਰ ਰਸੂਖ ਉਸ ਦਾ ਵਧੇਗਾ ਇੱਥੇ ਕਿ ਇਹ ਫਿਰ ਚੀਨ ਦੀ ਮਰਜ਼ੀ ਦੇ ਬਗੈਰ ਇੱਥੇ ਜਿਹੜਾ ਨਾ ਪਤਾ ਵੀ ਨਹੀਂ ਹਿੱਲੇਗਾ। ਔਰ ਤੁਹਾਨੂੰ ਪਤਾ ਹੈ ਚੀਨ ਜਿਹੜਾ ਨਿਜ਼ਾਮ ਜਿਹੜਾ ਉੱਥੇ ਰਾਜ ਹੈ ਉਹ ਕਿਸ ਤਰ੍ਹਾਂ ਦਾ ਹੈ, ਤੇ ਇਹ ਪਾਕਿਸਤਾਨੀ ਜਿਹੜੀ ਇਸ਼ਰਾਫੀ ਹੈ ਐਸਟੈਬਲਿਸ਼ਮੈਂਟ ਹੈ ਉਹ ਦੋ ਬੜੇ ਵਾਜ਼ੇ ਧੜੇ 'ਚ ਤਕਸੀਮ ਹੈ। ਕੋਈ ਉਹਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਮੁਸਤਕਬਲ ਵਿੱਚ ਕਰਨਾ ਕਿਵੇਂ, ਅਸੀਂ ਕਿੱਧਰ ਜਾਣਾ ਹੈ, ਕਿਸ ਬਲਾਕ 'ਚ ਜਾਣਾ ਹੈ, ਨਹੀਂ ਜਾਣਾ, ਤੇ ਸਾਡੀ ਸਰਵਾਈਵਲ ਕਿਸ ਤਰ੍ਹਾਂ ਹੈ। ਇਕੋਨਮੀ ਜਿਹੜੀ ਹੈ ਉਹ ਸਾਡੀ ਬਿਲਕੁਲ ਹੁਣ ਉਸ ਜਗ੍ਹਾ ਤੇ ਪਹੁੰਚ ਚੁੱਕੀ ਹੈ ਕਿ ਜਿੱਥੇ ਅਗਰ ਉਸ ਨੂੰ ਕੋਈ ਸਹਾਰਾ ਨਹੀਂ ਮਿਲਦਾ ਮਜ਼ਬੂਤ, ਤੇ ਇੱਥੇ ਬਹੁਤ ਸ਼ਦੀਦ ਅਫਰਾ ਤਫਰੀ ਦਾ ਦੌਰ ਜਿਹੜਾ ਹੈ ਸ਼ੁਰੂ ਹੋ ਜਾਣਾ ਹੈ। ਤੇ ਇਹ ਜਿਹੜੀ ਅਫਗਾਨਿਸਤਾਨ ਦੀ ਸੂਰਤ ਹਾਲ ਹੈ ਇਹ ਰੋਜ਼ ਬਰੋਜ਼ ਖਰਾਬ ਹੋਏਗੀ ਔਰ ਇੱਕ ਤਵੀਲ ਖਾਨਾ ਜੰਗੀ ਹੋਏਗੀ। ਅਫਗਾਨਿਸਤਾਨ ਨੇ ਜਿਹੜੇ 3 ਕਰੋੜ ਲੋਕ ਨੇ ਉਹ ਇਸ ਵਕਤ ਉੱਥੇ ਸ਼ਦੀਦ ਗਜ਼ਾਈ ਬੁਹਰਾਨ ਪੈਦਾ ਹੋ ਚੁੱਕੇ ਹੈ ਔਰ ਇਹ ਅਗਰ ਗਜ਼ਾਈ ਬੁਹਰਾਨ ਮੌਜੂਦ ਰਿਹਾ ਤੇ ਅਗਲੇ 15 ਤੋਂ 30 ਦਿਨਾਂ ਦੇ ਅੰਦਰ ਤੁਸੀਂ ਦੇਖੋਗੇ ਕਿ ਮਾਜਰੀਨ ਦੀ ਬਹੁਤ ਵੱਡੀ ਤਾਦਾਦ ਪਾਕਿਸਤਾਨ, ਈਰਾਨ ਔਰ ਇਸ ਤਰਫ ਆਏਗੀ ਔਰ ਸਾਡੇ ਵਾਸਤੇ ਸੰਭਾਲਣਾ ਮੁਸ਼ਕਿਲ ਹੋ ਜਾਏਗਾ। ਉਹਨਾਂ ਦੇ ਵਿੱਚ ਹੀ ਤਾਲਿਬਾਨ ਹੋਣਗੇ, ਉਹਨਾਂ ਦੇ ਵਿੱਚ ਹੀ ਦਾਇਸ਼ ਦੇ ਲੋਕ ਹੋ ਜਾਣਗੇ, ਸਾੜੀਆਂ ਏਜੰਸੀਆਂ ਜਨਾਬ ਬਹੁਤ ਸ਼ਦੀਦ ਉਲਝ ਜਾਣਗੀਆਂ ਔਰ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਇਸਲਾਮਾਬਾਦ ਵਿੱਚ ਤਾਲਿਬਾਨ ਦੇ ਪਰਚਮ ਲਹਿਰਾਏ ਗਏ, ਠੀਕ ਹੈ ਕਿ ਨਹੀਂ। ਇਹ ਸਾਰਾ ਕੁਝ ਇੰਜ ਨਹੀਂ ਹੋ ਰਿਹਾ, ਇਹ ਬੜੀ ਪਿੱਛੇ ਸੋਚੀ ਸਮਝੀਆਂ ਗੇਮਾਂ ਨੇ ਔਰ ਇਸ ਮੁਲਕ ਨੂੰ ਵੀ ਇੱਥੇ ਖਾਨਾ ਜੰਗੀ ਕਰਾਈ ਜਾਣੇ ਦੇ ਪੂਰੇ ਇਮਕਾਨਾਤ ਮੌਜੂਦ ਨੇ। ਇਹਦਾ ਮਤਲਬ ਇਹ ਹੋਇਆ ਇੱਕ ਨਵੇਂ ਸਾਲਸੀ ਵਾਲੇ ਵੀ ਆ ਗਏ। ਤੁਹਾਨੂੰ ਪਤਾ ਹੈ ਪਹਿਲਾਂ ਜਨਾਬੇ ਟਰੰਪ ਨੇ ਸਾਲਸੀ ਦੀ ਗੱਲ ਕੀਤੀ ਸੀ, ਇੰਡੀਆ ਤੇ ਪਾਕਿਸਤਾਨ ਦੀ ਅਸੀਂ ਸਾਲਸੀ ਕਰਾਉਂਦੇ ਹਾਂ, ਇਹ ਉਹਨਾਂ ਗੱਲ ਕੀਤੀ। ਦੂਸਰਾ ਹੁਣ ਸਾਊਦੀ ਅਰਬ ਵਾਲੇ ਆਦਨ ਜੀ ਇੰਡੀਆ ਤੇ ਪਾਕਿਸਤਾਨ ਦੀ ਸਾਲਸੀ ਕਰਾਉਂਦੇ ਹਾਂ ਔਰ ਇਹ ਵੀ ਕਹਿੰਦੇ ਨੇ ਪਏ ਕਿ ਜਿਹੜਾ ਅਫਗਾਨਿਸਤਾਨ ਦਾ ਮਾਮਲਾ ਹੈ ਉਹਦੇ ਵਿੱਚ ਸਾਊਦੀਆ ਅੱਗੇ ਆ ਕੇ ਗੱਲ ਕਰਦਾ ਪਿਆ, ਲੇਕਿਨ ਸਾਊਦੀਆ ਅੱਗੇ ਗੱਲ ਜਿਹੜੀ ਕਰਦਾ ਪਿਆ ਉਹ ਦਰਅਸਲ ਕਿਉਂਕਿ ਆਦਨ ਲੋਕ ਕਿ ਇੱਥੇ ਜਿਹੜੀ ਇਸ ਵੇਲੇ ਰਿਆਸਤਾਂ ਕਾਇਮ ਕੀਤੀਆਂ ਜਾ ਰਹੀਆਂ ਹਨ ਉਹ ਇੱਕ ਸਲਫੀ ਤੇ ਦਿਓਬੰਦੀ ਰਿਆਸਤ ਹੈ ਜਿਹੜੀ ਅਫਗਾਨਿਸਤਾਨ 'ਚ ਕਾਇਮ ਹੋ ਗਈ ਹੈ ਔਰ ਇੱਕ ਸੁन्नी बरेलवी रियासत है ਜਿਹੜੀ ਪਾਕਿਸਤਾਨ 'ਚ ਕਾਇਮ ਹੋ ਗਈ ਹੈ ਔਰ ਇੱਕ ਸ਼ੀਆ ਰਿਆਸਤ ਹੈ ਜਿਹੜੀ ਕਦੋਂ ਦੀ ਈਰਾਨ 'ਚ ਕਾਇਮ ਹੈ। ਇਹ ਰਿਆਸਤਾਂ ਦਾ ਜਿਹੜਾ ਰੌਲਾ ਹੈ, ਜਿਹੜਾ ਮਸਲਕਾਂ ਦਾ ਰੌਲਾ ਪੈਣ ਲੱਗਾ ਹੈ, ਇਹਦਾ ਮਤਲਬ ਇਹ ਹੈ ਕਿ ਇੱਕ ਨਵੀਂ ਖਾਨਾ ਜੰਗੀ ਜਿਹੜੀ ਉਹ ਸ਼ੁਰੂ ਹੋਣ ਲੱਗੀ ਹੈ। ਸੋਸ਼ਲ ਮੀਡੀਆ ਤੇ ਬੜੀ ਸ਼ੱਦੋ-ਮੱਦ ਨਾਲ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਪੋਸਟ ਹੋ ਰਹੀਆਂ ਨੇ ਜਿਹੜੀਆਂ ਨਫ਼ਰਤ ਅੰਗੇਜ਼ ਹਨ, ਉਹ ਮਸਲਕੀ ਜਿਹੜੀਆਂ ਬਹਿਸਾਂ ਉਹਦੇ 'ਚ ਆ ਗਈਆਂ ਨੇ, ਈਵਨ ਗਾਲੀ ਗਲੋਚ ਜਿਹੜੀ ਆ ਉਹ ਵੀ ਆਉਂਦੀ ਹੈ ਪਈ ਔਰ ਇਹ ਕੋਈ ਰੋਕਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਇਹ ਕਿਆ ਡੈਲੀਬਰੇਟਲੀ ਹੁੰਦਾ ਪਿਆ। ਫਿਰ ਅਚਾਨਕ ਝੰਡਾ ਲੱਗ ਜਾਂਦਾ ਹੈ,
ਲਾਲ ਮਸੀਤੀ ਤੇ ਲਾਲ ਮਸੀਤੀ ਵਾਲੇ ਫੇਰ ਐਕਟਿਵ ਹੋ ਜਾਂਦੇ ਨੇ, ਜਾਮਿਆ ਹਫਜ਼ਾ ਵਾਲੇ ਫੇਰ ਐਕਟਿਵ ਹੋ ਜਾਂਦੇ ਨੇ। ਮੈਨੂੰ ਯਾਦ ਹੈ ਤੁਸੀਂ ਵੀ ਇੱਥੇ ਹੀ ਹੋ, ਅਸੀਂ ਸਾਰੇ ਇੱਥੇ ਮੀਡੀਆ ਪ੍ਰੈਕਟੀਸ਼ਨਰ ਕੰਮ ਕਰਦੇ ਸਾਂ, ਮੈਂ ਉਸ ਵੇਲੇ ਐਕਸਪ੍ਰੈਸ 'ਚ ਹੁੰਦਾ ਸਾਂ ਤੇ ਮੈਂ ਇੰਟਰਵਿਊ ਕੀਤਾ ਗਾਜ਼ੀ ਅਬਦੁਲ ਰਸ਼ੀਦ ਸਾਹਿਬ ਨੂੰ, ਆਖਿਆ ਕਿ ਮੈਂ ਜਨਾਬ ਤੁਸੀਂ ਇਹ ਜਿਹੜਾ ਅਮਰ ਬਿਲ ਮਾਰੂਫ ਤੇ ਨਹੀ ਅਨਿਲ ਮੁਨਕਰ ਜਿਹੜਾ ਸ਼ੁਰੂ ਹੁੰਦਾ ਹੈ ਇਹ ਉਦੋਂ ਹੀ ਤੁਹਾਨੂੰ ਕਦੋਂ ਯਾਦ ਆਉਂਦਾ ਜਦੋਂ ਸਟੈਬਲਿਸ਼ਮੈਂਟ ਜਿਹੜੀ ਫਸੀ ਹੁੰਦੀ ਹੈ। ਹੁਣ ਤੁਸੀਂ ਮੁਸ਼ਰਫ ਨੂੰ ਬੇਲ ਆਊਟ ਕਰਨ ਵਾਸਤੇ ਇਹ ਅਮਰ ਬਿਲ ਮਾਰੂਫ ਸ਼ੁਰੂ ਕਰ ਲਿਆ ਤੇ ਰੌਲਾ ਪਾ ਦਿੱਤਾ ਇਸਲਾਮਾਬਾਦ ਦੇ ਦਿਲ ਵਿੱਚ ਆਪਾਰੇ 'ਚ। ਇਹ ਕੀ ਗੱਲ ਹੈ? ਇਹ ਬੇਲ ਆਊਟ ਕਰਨ ਆਇਓ, ਉਹ ਲੜ ਪਿਆ ਮੇਰੇ ਨਾਲ। ਤੁਸੀਂ ਕੀ ਸਮਝਦੇ ਹੋ ਵੀ ਇਹ ਕੀ ਹੋਣ ਲੱਗਾ? ਦੇਖੋ ਜਿਹੜੇ ਸਾਊਦੀਜ਼ ਨੇ ਨਾ ਉਹ ਇੱਥੇ ਮੇਨ ਪਲੇਅਰ ਨੇ, ਇੰਟਰਨੈਸ਼ਨਲ ਐਸਟੈਬਲਿਸ਼ਮੈਂਟ ਦੇ ਬਹੁਤ ਮੇਨ ਜਿਹੜੇ ਪਲੇਅਰ ਨੇ ਉਹ ਨੇ। ਇਹ ਹੁਣ ਜਿਹੜਾ ਬਲੌਕ ਹੈ ਪਾਕਿਸਤਾਨ ਨੂੰ ਜਿਸ ਵੇ ਉਸ ਇੰਡੀਆ ਨਾਲ ਕਰਦੇ ਨੇ ਕਿ ਅਸੀਂ ਤਸਵੀਰ ਤੁਹਾਡਾ ਕਰਾਉਂਦੇ ਹਾਂ, ਤੇ ਇਸ ਦੇ ਪਿੱਛੇ ਉਹ ਚਾਹੁੰਦੇ ਨੇ ਕਿ ਅਸੀਂ ਤੁਹਾਡਾ ਤਸਵੀਰ ਅਗਰ ਹੋ ਜਾਵੇ ਤੇ ਤੁਹਾਡੇ ਜਿਹੜੇ ਅਮਰੀਕਾ ਨਾਲ ਜਿਹੜੇ ਗ੍ਰੇਟਰ ਇਤਾਦ ਬਣ ਰਿਹਾ ਇੱਥੇ ਚਾਈਨਾ ਦੇ ਖਿਲਾਫ, ਤੁਸੀਂ ਵੀ ਉਸੇ ਸ਼ਾਮਿਲ ਹੋ ਜਾਓ। ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੇ ਸਾਡੇ 28 ਤੋਂ 32 ਲੱਖ ਲੋਕ ਜਿਹੜੇ ਸਊਦੀਆ 'ਚ ਕੰਮ ਕਰਦੇ ਹਨ ਉਹ ਚੀਨੀ ਵੈਕਸੀਨ ਲਾ ਕੇ ਸਊਦੀਆ ਨਹੀਂ ਜਾ ਸਕਦੇ, ਬਿਲਕੁਲ ਨਹੀਂ ਜਾ ਸਕਦੇ। ਉਹਨਾਂ ਨੂੰ ਅਮਰੀਕੀ ਵੈਕਸੀਨ ਲਵਾਉਣਾ ਪੈਂਦੀ ਹੈ। ਉਹ ਹੁਣ ਸਊਦੀਜ਼ ਇਸ ਗੇਮ ਵਿੱਚ ਨੇ ਤੇ ਅਸਾਂ ਬੜੀ ਮੁੱਦਤ ਹੀ ਅਮਰੀਕੀ ਵੈਕਸੀਨ ਲਵਾਈ ਹੈ। ਹਾਂ, ਤੇ ਉਹ ਅਯੂਬ ਦੇ ਵਿਲੇਜ ਲਵਾਈ ਸੀ। ਬਿਲਕੁਲ। ਤੇ ਉਹ ਜਿਹੜਾ ਹੈ ਨਾ ਅਹਿਮਦ ਲਤੀਫ ਸਾਹਿਬ, ਉਹ ਹੁਣ ਇਸ ਗੇਮ ਵਿੱਚ ਨੇ ਕਿ ਅਗਰ ਪਾਕਿਸਤਾਨ ਦਾ ਅਫਗਾਨਿਸਤਾਨ ਦਾ ਮਸਲਾ ਵੀ ਚੂੰਕਿ ਇਸ ਵਾਸਤੇ ਉਲਝਾਇਆ ਕਿ ਵਿੱਚ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਜਿਹੜੀ ਗੇਮ ਉੱਥੇ ਸ਼ੁਰੂ ਹੋ ਗਈ ਸੀ, ਉਸ ਦੀ ਵਜ੍ਹਾ ਤੋਂ ਉਹ ਕਹਿੰਦੇ ਨੇ ਕਿ ਕੌਨਫਲਿਕਟ ਰਿਜ਼ੋਲਵ ਨਹੀਂ ਹੋ ਸਕਿਆ। ਹੁਣ ਉਹ ਕਹਿੰਦੇ ਨੇ ਕਿ ਅਗਰ ਪਾਕਿਸਤਾਨ ਜਿਹੜਾ है उस ਨਾਲ इंडिया ਨਾਲ कॉन्फ्लिक्ट रिजॉल्व हो जाए या कुछ सीज़ फायर हो जाए या ये जनाब जड़ा है ना जैसे है वैसे है कि बुनियाद पे आगे मामलात बढ़ना शुरू हो जाएं तो ये उस वो जी सूरत हाल बनेगी इत्थे वो कहते हैं कि पाकिस्तान जड़ा है वो एक नवा रीजन से जी अलाइनमेंट हो रही है, ठीक है नहीं, वो उस अलाइनमेंट पाकिस्तान जड़ा फिट हो जाएगा। यानी मेन मकसद है उसनू इस सऊदी के इस पेशकश दा कि पाकिस्तानी चीनी ब्लाक तो कढ़ना ना। तो क्या असी चीनी ब्लाक चों निकल के फायदे च रवांगे या असी एशिया विच रवांगे तो फायदे च रवांगे? देखो जड़ियाँ समझदार कौमां होंदियां ने वो अगर उन्होंने मुल्क दोवें जगह लग रहे होवे तो दोवें जगह लवा लेंदियां ने। ठीक है नहीं, लेकिन असी चूंकि एक समझदार असी तारीख दसदी है कि असी किसी जगह समझदारी का सबूत नहीं देता। असी अगर किसी जगह ते किसी ब्लॉक शामिल भी होए हैं तो उत्थे असी अपना रेट जिहड़ा है वो नहीं लवाया, जिसकी वजह तो हमेशा आखिर ते साडा जिल्लत ही मुकद्दर बनी। हुण तुसीं वेख लो कि जिहड़े इत्थे चीन ने प्रोजेक्ट लाए ने कोल दे वो सारे वो ने जिहड़ी मतरूका टैक्नोलॉजी हो गई जिससे शायद मुस्तकबिल पाबंदी लग जाए। बिल्कुल ठीक नहीं, वो महंगी तरीन बिजली सारे मसाइल। अच्छा, फिर इसी तरह जड़ा सी अमरीका का साथ देता है उस भी अगर फौज फ़ायदा उठाया तो फौज ने उठाया, इस मुल्क ने नहीं उठाया, इस कौम ने नहीं उठाया कि कौम के इंफ्रास्ट्रक्चर कोई तब्दीली आए। तो गल ये कि जिथे इदारे मजबूत ना हो, जिथे पार्लीमेंट मजबूत ना हो, उत्थे फिर सौदे बजाय इस मुल्की मफाद मुकदम होवे, उत्थे कुछ लोगों को नवाज के पूरे मुल्क को खरीद लेता जाता है। ये गल्लां मैं समझना कि थोड़ी जिहियां दुखी करने वाली भी हैं और एक गल वधी भी जा रही है। ये गल एक प्रोग्राम च मुकण वाली नहीं। मैं चाहांगा कि असी थोड़ा जिहा फिर अगले किसी प्रोग्राम च आके बवांगे तो असी उसामे की गल करांगे, उसामे दे कोरियर की गल करांगे, इत्थे कौन विकदा पिया, किस तरह पिया विकदा है। सानू दिओ इजाजत। अल्लाह निगहबान। मैं सां तुहाडा मेज़बान अहमद लतीफ़ ते मेरे नाल सन अज सजाद अज़हर। ये जिहड़ी लंडी कोतल दी लालटैन है, इहदे ते भी गल करनी है। ये ओही लालटैन है जिस दे थल्ले मैं भी पढ़दा रहा, जिस दे थल्ले सजाद अज़हर भी पढ़दे रहे ते असी साडे लहू विच साडे खून विच वो जिहड़ा मिट्टी दा तेल है जिन्हों कहंदे ने असी केरोसिन आयल, वो साडे अंदर वसिया है। उहदी भी गल करांगे। अल्लाह रखा।